ਤ੍ਰਿੰਜਣ। कहानी नवाज। आवाज़ो पेशकश इलियास गोंदल। पिंड दा बहू। पिंड दे सारे ही मुंडे नूरी नूं बहू कहिंदे सन। बहू लफज एडा बुरा ते नहीं सी जिन्नू सुन के ते नूरी दे हथ कंबण लग पैंदे सन, पर एडा चंगा भी नहीं सी जिन्नू लोकां दे मूँह सुन के नूरी दीआं अखां शर्म नाल कजला जांदियां। जदों भी कोई मुंडा उहनूं कोलों लंघदिआं वेख के हौले जे बहू कहिंदा, ਉਹ ਛੇਤੀ ਨਾਲ ਇੰਜ ਉਹਦੇ ਕੋਲੋਂ ਲੰਘ ਜਾਂਦੀ ਜਿਵੇਂ ਹੁਣ ਉਹ ਬਹੂ ਕਹਿ ਕੇ ਉਹਦੀ ਸਾਂਵਲੀ ਜੀ ਬਾਂਹ ਵੀ ਫੜ ਲਏਗਾ ਤੇ ਉਹਦੇ ਕੋਲ ਹੁੰਦੇ ਹੋਏ ਇਹ ਵੀ ਕਹਿ ਦੇਗਾ, ਕਿੱਥੇ ਚੱਲੇ ਹੋ ਸੋਹਣਿਓ। ਨੂਰੀ ਨੂੰ ਇਹੋ ਜਿਹੀਆਂ ਗੱਲਾਂ ਸੋਚਦੇ ਅੱਜ 10 ਵਰ੍ਹੇ ਹੋ ਚੱਲੇ ਸਨ। ਸਵੇਰੇ ਸੁੱਤੇ ਪਏ ਉੱਠ ਕੇ ਮੂੰਹ ਹੱਥ ਧੋ ਕੇ ਘਰੋਂ ਨਿਕਲਦਿਆਂ ਪਿੰਡ ਦੇ ਛੋਟੇ ਜਿਹੇ ਸਕੂਲ ਵਿੱਚ ਲੱਗੇ ਹੋਏ ਬੋਰਡ ਦੇ ਦਰਖਤ ਥੱਲੇ ਬੈਠਿਆਂ ਜਾਂ ਫਿਰ ਰਾਤ ਨੂੰ ਆਪਣੇ ਘਰ ਵਿੱਚ ਮੰਜੀ 'ਤੇ ਲੰਮੇ ਪਿਆਂ ਹੋਰੇ ਉਹਨੂੰ ਕੀ ਹੁੰਦਾ ਕਿ ਉਹਨੂੰ ਇੰਜ ਲੱਗਦਾ ਜਿਵੇਂ ਉਹਦੇ ਕੋਲ ਹੀ ਖਲੋਤੇ ਪਿੰਡ ਦੇ ਕਿਸੇ ਮੁੰਡੇ ਨੇ ਉਹਨੂੰ ਹੌਲੀ ਜਿਹੀ ਬਹੂ ਕਹਿ ਦਿੱਤਾ ਏ। ਉਹਦੇ ਹੱਥ ਗੁੱਸੇ ਨਾਲ ਕੰਬਣ ਲੱਗ ਪੈਂਦੇ, ਉਹਦੀਆਂ ਲੰਮੀਆਂ ਪਲਕਾਂ ਵਾਲੀਆਂ ਡੂੰਘੀਆਂ ਅੱਖਾਂ ਸ਼ਰਮ ਨਾਲ ਕਜਲਾ ਜਾਂਦੀਆਂ। ਉਹ ਤੇਜ਼ੀ ਨਾਲ ਇੱਧਰ ਉੱਧਰ ਵੇਖਣ ਲੱਗ ਪੈਂਦੀ ਤੇ ਉਸ ਵੇਲੇ ਜਾਂ ਤੇ ਉਹ ਪਿੰਡ ਦੇ ਕਿਸੇ ਰਾਹ 'ਤੇ ਇਕੱਲੀ ਟੁਰਦੀ ਜਾਂਦੀ ਹੁੰਦੀ ਤੇ ਜਾਂ ਫਿਰ ਆਪਣੇ ਘਰ ਵਿੱਚ ਮੰਜੀ 'ਤੇ ਲੰਮੀ ਪਈ ਹੁੰਦੀ ਤੇ ਉਹਦੇ ਕੋਲ ਕੋਈ ਵੀ ਨਾ ਹੁੰਦਾ। ਉਹ ਬੜੇ ਗੌਰ ਨਾਲ ਆਪਣੇ ਅੱਗੇ ਪਿੱਛੇ ਵੇਖਦੀ, ਪਰ ਉਹਦੇ ਦਿਲ ਨੂੰ ਯਕੀਨ ਫਿਰ ਵੀ ਨਾ ਹੁੰਦਾ। ਉਹ ਵੇਲਾ ਉਹਦੀ ਨਿੱਕੀ ਜਿਹੀ ਇਕੱਲੀ ਜਾਣ 'ਤੇ ਬੜਾ ਅਜ਼ਾਬ ਬਣ ਜਾਂਦਾ। ਫਿਰ ਉਹ ਕਦੀ ਘੜੇ ਦਾ ਠੰਡਾ ਪਾਣੀ ਪੀਂਦੀ ਜਾਂ ਮਕਾਨ ਦੇ ਵਿਹੜੇ ਵਿੱਚ ਇੱਧਰ ਉੱਧਰ ਫਿਰਨ ਲੱਗ ਪੈਂਦੀ ਜਾਂ ਕਿਸੇ ਕੱਚੀ ਕੰਧ ਨਾਲ ਲੱਗ ਕੇ ਕਿੰਨਾ ਕਿੰਨਾ ਚਿਰ ਰੋਂਦੀ ਰਹਿੰਦੀ। ਨੂਰੀ ਇਸ ਤਰ੍ਹਾਂ ਹੀ ਰੋਂਦੀ ਰਹੀ ਤੇ ਪਿੰਡ ਦੇ ਮੁੰਡੇ ਉਹਨੂੰ ਹੁਣ ਉੱਚੀ ਉੱਚੀ ਬਹੂ ਕਹਿਣ ਲੱਗ ਪਏ। ਨੂਰੀ ਦਾ ਇਸ ਪਿੰਡ ਵਿੱਚ ਸਿਵਾਏ ਇੱਕ ਛੋਟੇ ਭਰਾ ਤੋਂ ਹੋਰ ਕੋਈ ਨਹੀਂ ਸੀ। ਉਹਦੀ ਆਪਣੀ ਉਮਰ ਕੋਈ 22-23 ਵਰ੍ਹੇ ਸੀ ਤੇ ਉਹਦਾ ਛੋਟਾ ਭਰਾ 9 ਕੁ ਵਰ੍ਹਿਆਂ ਦਾ ਸੀ। ਕਈ ਵਰ੍ਹੇ ਪਹਿਲੇ ਵੀ ਉਹ ਐਸੇ ਹੀ ਘਰ ਵਿੱਚ ਐਸੇ ਹੀ ਪਿੰਡ ਵਿੱਚ ਰਹਿੰਦੀ ਸੀ, ਪਰ ਉਦੋਂ ਉਹਦੇ ਨਾਲ ਉਹਦੇ ਮਾਂ-ਪਿਓ ਵੀ ਆਉਂਦੇ ਸਨ ਤੇ ਫਿਰ ਉਹ ਇਸ ਪਿੰਡ 'ਚ ਨਹੀਂ ਬਲਕਿ ਸਾਰੇ ਜਾਨ ਵਿੱਚ ਆਪਣੇ ਨਿੱਕੇ ਜਿਹੇ ਭਰਾ ਨਾਲ ਇਕੱਲੀ ਰਹਿ ਗਈ ਤੇ ਹੁਣ ਉਹ ਆਪਣੇ ਮਾਂ-ਪਿਓ ਦੀ ਕਬਰ 'ਤੇ ਦੀਵੇ ਬਾਲ ਰਹੀ ਹੁੰਦੀ ਏ। ਪਹਿਲੋਂ ਨੂਰੀ ਆਪ ਪੜ੍ਹਦੀ ਹੁੰਦੀ ਸੀ। ਸਵੇਰੇ ਸੂਰਜ ਨਿਕਲਣ ਤੋਂ ਪਹਿਲੇ ਹੀ ਉਹਦੀ ਜਾਗ ਖੁੱਲ੍ਹ ਜਾਂਦੀ। ਫਿਰ ਉਹ ਆਪਣੀ ਮਾਂ ਨੂੰ ਜਗਾਉਂਦੀ, ਦੋਵੇਂ ਰਲ ਮਿਲ ਕੇ ਘਰ ਦਾ ਕੰਮ ਕਰਦੀਆਂ ਤੇ ਜਦੋਂ ਸੂਰਜ ਹੌਲੇ ਹੌਲੇ ਇਸ ਪਿੰਡ ਵੱਲ ਝਾਤੀ ਮਾਰਦਾ ਉਦੋਂ ਉਹਦੀ ਮਾਂ ਉਹਨੂੰ ਲੱਸੀ ਦਾ ਭਰਿਆ ਹੋਇਆ ਗਲਾਸ ਪਿਆਉਂਦੀ, ਰੁਮਾਲ ਵਿੱਚ 1-2 ਪਰਾਂਠੇ ਬੰਨ੍ਹ ਦਿੰਦੀ ਤੇ ਉਹ ਆਪਣੀਆਂ ਕਿਤਾਬਾਂ ਵਿੱਚ ਉਸ ਰੁਮਾਲ ਨੂੰ ਰੱਖ ਕੇ ਸਕੂਲ ਪੜ੍ਹਨ ਚਲੀ ਜਾਂਦੀ। ਨੂਰੀ ਨੇ ਇਸ ਤਰ੍ਹਾਂ ਹੀ 8 ਜਮਾਤਾਂ ਪਾਸ ਕਰ ਲਈਆਂ ਤੇ ਜਦੋਂ ਉਹ 9ਵੀਂ ਵਿੱਚ ਦਾਖਲ ਹੋਈ ਉਦੋਂ ਨੂਰੀ ਆਪਣੇ ਮਾਂ-ਪਿਓ ਕੋਲੋਂ ਵਿਛੜ ਗਈ। ਹੁਣ ਨੂਰੀ ਉਸੇ ਹੀ ਪਿੰਡ ਵਿੱਚ ਰਹਿੰਦੀ ਸੀ ਤੇ ਉਹਦੇ ਨਾਲ 9 ਕੁ ਵਰ੍ਹਿਆਂ ਦਾ ਉਹਦਾ ਭਰਾ ਵੀ ਸੀ। ਹੁਣ ਉਹ ਆਪ ਨਹੀਂ ਸੀ ਪੜ੍ਹਦੀ, ਪਿੰਡ ਦੇ ਛੋਟੇ ਛੋਟੇ ਬਾਲਾਂ ਨੂੰ ਪੜ੍ਹਾਉਂਦੀ ਸੀ ਤੇ ਉਹਨਾਂ ਬਾਲਾਂ ਵਿੱਚ ਉਹਦਾ ਭਰਾ ਵੀ ਸੀ। ਇਸ ਪਿੰਡ ਵਿੱਚ ਇਕੱਲੀ ਨੂਰੀ ਸੀ ਜਿਹੜੀ 2 ਵੇਲੇ ਰੋਟੀ ਖਾਣ ਲਈ ਸਾਰਾ ਦਿਨ ਬਾਲਾਂ ਨੂੰ ਅਲਫ ਬੇ ਪੜ੍ਹਾਉਂਦੀ ਰਹਿੰਦੀ ਸੀ। ਨੂਰੀ ਦੀ ਉਮਰ ਤੇ ਉਹ ਸੀ ਜਿਹੜੀ ਉਮਰ ਵਿੱਚ ਕੁੜੀਆਂ ਬਸ ਚੁੱਪ ਹੀ ਕਰ ਰਹਿੰਦੀਆਂ ਨੇ ਜਾਂ ਜੇ ਬੇਵੱਸ ਹੋ ਜਾਣ ਤੇ ਫਿਰ ਆਪਣੇ ਆਪ ਕੋਲੋਂ ਵੀ ਸ਼ਰਮਾਉਂਦੀਆਂ ਨੇ, ਪਰ ਮੂੰਹ ਕੁਝ ਨਹੀਂ ਕਹਿੰਦੀਆਂ। ਭਾਵੇਂ ਉਹਨਾਂ ਵੱਲ ਕੋਈ ਤੱਕੇ ਤੇ ਭਾਵੇਂ ਨਾ ਤੱਕੇ, ਪਰ ਉਹਨਾਂ ਨੂੰ ਇੰਜ ਲੱਗਦਾ ਏ ਜਿਵੇਂ ਹਰ ਮੁੰਡਾ ਉਹਨਾਂ ਨੂੰ ਵੇਖ ਰਿਹਾ ਏ। ਨੂਰੀ ਨੂੰ ਇੰਜ ਤੇ ਨਹੀਂ ਸੀ ਲੱਗਦਾ, ਪਰ ਫਿਰ ਵੀ ਸਕੂਲ ਵਿੱਚ ਬਾਲਾਂ ਨੂੰ ਪੜ੍ਹਾਉਂਦਿਆਂ ਉਹ ਇਹ ਜ਼ਰੂਰ ਸੋਚਦੀ ਸੀ ਕਿ ਉਮਰ ਉਹਦੀ ਬਾਲਾਂ ਨੂੰ ਪੜ੍ਹਾਉਣ ਵਾਲੀ ਨਹੀਂ। ਥੋੜ੍ਹੀ ਜਿਹੀ ਦੇਰ ਲਈ ਉਹ ਚੁੱਪ ਹੋ ਜਾਂਦੀ
ਤੇ ਬਾਲ ਉਹਦੇ ਵੱਲ ਇੰਜ ਵੇਖਣ ਲੱਗ ਪੈਂਦੇ ਜਿਵੇਂ ਉਹ ਉਹਦੇ ਦਿਲ ਦੀ ਗੱਲ ਨੂੰ ਤਾੜ ਗਏ ਹੋਣ। ਉਸ ਵੇਲੇ ਨੂਰੀ ਬਾਲਾਂ ਨੂੰ ਰੋਟੀ ਖਾਣ ਦੀ ਛੁੱਟੀ ਦੇ ਦਿੰਦੀ ਤੇ ਭਾਵੇਂ ਉਹ ਵੇਲਾ ਬਾਲਾਂ ਦੇ ਪਾਣੀ ਪੀਣ ਦਾ ਵੀ ਨਾ ਆਉਂਦਾ। ਪਰ ਇਹ ਵੇਲਾ ਹਰ ਰੋਜ਼ ਨਹੀਂ ਸੀ ਆਉਂਦਾ, ਕਦੀ ਕਦੀ ਆਉਂਦਾ ਸੀ, ਪਰ ਆਉਂਦਾ ਜ਼ਰੂਰ ਸੀ। ਨੂਰੀ ਬਾਲਾਂ ਨੂੰ ਪੜ੍ਹਾਉਂਦੀ ਸੀ, ਹੋਰ ਐਸੇ ਕਰਕੇ ਹੀ ਪਿੰਡ ਦੇ ਸਾਰੇ ਮੁੰਡੇ ਉਹਨੂੰ ਬਹੂ ਕਹਿੰਦੇ ਸਨ। ਪਰ ਗੱਲ ਇਹ ਨਹੀਂ ਸੀ, ਨੂਰੀ ਜਵਾਨ ਵੀ ਸੀ ਤੇ ਪਿੰਡ ਦੀ 8 ਜਮਾਤਾਂ ਪੜ੍ਹੀ ਹੋਈ ਕੁੜੀ ਦੀ ਜਵਾਨੀ ਜ਼ਰਾ ਨਿਖਰੀ ਹੋਈ ਹੁੰਦੀ ਏ। ਉਹ ਆਪਣੇ ਕਾਲੇ ਤੇ ਲੰਮੇ ਵਾਲਾਂ ਨੂੰ ਸਰੋਂ ਦਾ ਤੇਲ ਹੀ ਲਾਉਂਦੀ ਸੀ, ਸ਼ਲਵਾਰ ਤੇ ਕਮੀਜ਼ ਹੀ ਪਾਉਂਦੀ ਸੀ। ਉਹਦੇ ਨੱਕ ਵਿੱਚ ਕੋਈ ਮੋਟਾ ਜਿਹਾ ਸੋਨੇ ਦਾ ਲੌਂਗ ਹੁੰਦਾ ਸੀ। ਪੈਰੀਂ ਉਹ ਜੁੱਤੀ ਹੁੰਦੀ ਸੀ ਜਿਹੜੀ ਪਿੰਡ ਦੀਆਂ ਦੂਜੀਆਂ ਕੁੜੀਆਂ ਵੀ ਪਾਉਂਦੀਆਂ ਸਨ। ਪਰ ਹੋਰ ਇੱਕ ਹੀ ਗੱਲ ਸੀ, ਉਹ ਇਹਨਾਂ ਕੱਪੜਿਆਂ ਵਿੱਚ ਪਿੰਡ ਦੀਆਂ ਦੂਜੀਆਂ ਕੁੜੀਆਂ ਕੋਲੋਂ ਜ਼ਰਾ ਵੱਖਰੀ ਲੱਗਦੀ ਸੀ। ਤਾਜੋ ਤੇ ਛੀਮੋ ਤੇ ਦਾਰੀ ਨੂੰ ਲੋਕ ਐਸ ਹੀ ਨਾਂ ਨਾਲ ਬੁਲਾਉਂਦੇ ਸਨ, ਪਰ ਨੂਰੀ ਨੂੰ ਕੋਈ ਵੀ ਨੂਰੀ ਨਹੀਂ ਸੀ ਕਹਿੰਦਾ, ਸਾਰੇ ਹੀ ਬਹੂ ਕਹਿੰਦੇ ਸਨ। ਪਿੰਡ ਦਾ ਇਹ ਬਹੂ ਪਿੰਡ ਵਿੱਚ ਰਹਿੰਦਿਆਂ ਹੋਇਆਂ ਵੀ ਪਿੰਡ ਵਿੱਚ ਨਹੀਂ ਸੀ ਰਹਿੰਦਾ। ਇਹ ਉਹਦੀ ਆਪਣੀ ਸੋਚ ਸੀ। ਕਦੀ ਕਦੀ ਤੇ ਆਪਣੀ ਇਸ ਸੋਚ ਕੋਲੋਂ ਆਪ ਵੀ ਇੰਨੀ ਕੁ ਤੰਗ ਆ ਜਾਂਦੀ ਕਿ ਉਹਨੂੰ ਆਪਣੇ ਆਪ ਨਾਲ ਨਫ਼ਰਤ ਹੋਣ ਲੱਗ ਪੈਂਦੀ। ਉਹਨੂੰ ਆਪਣੇ ਆਪ ਕੋਲੋਂ ਖੌਫ ਆਉਣ ਲੱਗ ਪੈਂਦਾ। ਆਪਣੇ ਲੰਮੇ ਕਾਲੇ ਵਾਲ ਉਹਨੂੰ ਜ਼ਹਿਰ ਭਰੇ ਨਾਗ ਲੱਗਣ ਲੱਗ ਪੈਂਦੇ ਤੇ ਉਹ ਕੰਬਦੀ ਹੋਈ ਛੇਤੀ ਨਾਲ ਝਟਕਾ ਦੇ ਕੇ ਆਪਣੇ ਖੁੱਲ੍ਹੇ ਵਾਲ ਬੰਨ੍ਹ ਦਿੰਦੀ ਤੇ ਆਪਣੀਆਂ ਦੋਵਾਂ ਬਾਹਾਂ ਵਿੱਚ ਆਪਣਾ ਮੂੰਹ ਲੈ ਕੇ ਕੱਚੀ ਕੰਧ ਨਾਲ ਲੱਗ ਕੇ ਕਿੰਨਾ ਕਿੰਨਾ ਚਿਰ ਰੋਂਦੀ ਰਹਿੰਦੀ। ਤੇ ਫਿਰ ਉਹਨੂੰ ਇੰਜ ਲੱਗਦਾ ਜਿਵੇਂ ਪਿੰਡ ਦੇ ਕਿਸੇ ਮੁੰਡੇ ਨੇ ਉਹਨੂੰ ਹੌਲੀ ਜਿਹੀ ਬਹੂ ਕਹਿ ਕੇ ਬੁਲਾਇਆ ਏ। ਉਹ ਤੇਜ਼ੀ ਨਾਲ ਅੱਖਾਂ ਚੁੱਕ ਕੇ ਇੱਧਰ ਉੱਧਰ ਅੱਗੇ ਪਿੱਛੇ ਵੇਖਦੀ ਤੇ ਜਦੋਂ ਉਹਨੂੰ ਆਪਣੇ ਕੋਲ ਕੋਈ ਵੀ ਨਜ਼ਰ ਨਾ ਆਉਂਦਾ ਤੇ ਉਹ ਫਿਰ ਬਾਹਾਂ ਵਿੱਚ ਮੂੰਹ ਦੇ ਕੇ ਰੋਣ ਲੱਗ ਪੈਂਦੀ। ਨੂਰੀ ਨੂੰ ਕੋਲੋਂ ਲੰਘਦੇ ਵੇਖ ਕੇ ਮੁੰਡੇ ਉਹਨੂੰ ਬਹੂ ਤੇ ਜ਼ਰੂਰ ਕਹਿੰਦੇ ਸਨ ਤੇ ਉਹ ਤੇਜ਼ੀ ਨਾਲ ਉਹਨਾਂ ਦੇ ਕੋਲੋਂ ਲੰਘ ਵੀ ਜਾਂਦੀ ਸੀ, ਪਰ ਕੋਈ ਵੀ ਅਗਾਂਹ ਵੱਧ ਕੇ ਉਹਦੀ ਸਾਂਵਲੀ ਜਿਹੀ ਬਾਂਹ ਫੜ ਕੇ ਉਹਨੂੰ ਇਹ ਨਹੀਂ ਸੀ ਪੁੱਛਦਾ, ਕਿੱਥੇ ਚੱਲੇ ਹੋ ਸੋਹਣਿਓ। ਨੂਰੀ ਇਹੋ ਚਾਹੁੰਦੀ ਸੀ ਕਿ ਹੁਣ ਕੋਈ ਉਹਦਾ ਰਸਤਾ ਰੋਕ ਲਵੇ, ਉਹਦੇ ਰਾਹ ਵਿੱਚ ਖਲੋ ਜਾਵੇ ਤੇ ਫਿਰ ਨੂਰੀ ਉਹਦੀ ਬਾਂਹ ਫੜ ਕੇ ਅੱਗੇ ਵਧੇ, ਇਕੱਲੀ ਨਾ ਜਾਵੇ। ਨੂਰੀ ਇਹੋ ਸੋਚਦਿਆਂ 22 ਵਰ੍ਹਿਆਂ ਦੀ ਹੋ ਗਈ ਸੀ, ਪਰ ਹਾਲੀ ਉਹ ਵੇਲਾ ਨਹੀਂ ਸੀ ਆਇਆ। ਕਦੀ ਕਦੀ ਉਹਨੂੰ ਇਹ ਵੀ ਖਿਆਲ ਆਉਂਦਾ ਸੀ ਕਿ ਕਿਤੇ ਇਹੋ ਹੀ ਨਾ ਹੋਵੇ ਕਿ ਉਹ ਸਾਰੀ ਉਮਰ ਬਾਲ ਹੀ ਪੜਾਉਂਦੀ ਰਹੇ ਤੇ ਮੁੰਡੇ ਉਹਨੂੰ ਬਹੂ ਹੀ ਕਹਿੰਦੇ ਰਹਿਣ। ਉਹ ਕੱਲੀ ਸੀ ਤੇ ਕੱਲੀ ਹੀ ਸੋਚਦੀ ਸੀ। ਉਹਦਾ ਕੋਈ ਹੋਰ ਦੂਜਾ ਹੈਗਾ ਵੀ ਤੇ ਨਹੀਂ ਸੀ ਜਿਹਨੂੰ ਉਹ ਆਪਣੇ ਦਿਲ ਦੀ ਗੱਲ ਸੁਣਾ ਸਕੇ। ਪਿੰਡ ਦੀਆਂ ਕੁੜੀਆਂ ਤੇ ਉਹਦੇ ਨਾਲ ਬਹਿੰਦੀਆਂ ਵੀ ਨਹੀਂ ਸਨ, ਹਮੇਸ਼ਾ ਉਹਦੇ ਪੈਰਾਂ ਵਿੱਚ ਜਾਂ ਉਹਦੇ ਕੋਲੋਂ ਨੀਵੀਂ ਜਗ੍ਹਾ 'ਤੇ ਬੈਠਦੀਆਂ ਸਨ। ਤੇ ਜਦੋਂ ਇੱਕ ਵਾਰੀ ਛੀਮੋ ਦੀ ਬਾਂਹ ਫੜ ਕੇ ਉਹਨੂੰ ਨਾਲ ਬਿਠਾਉਣ ਦੀ ਕੋਸ਼ਿਸ਼ ਕੀਤੀ ਸੀ, ਉਦੋਂ ਛੀਮੋ ਇਹ ਕਹਿ ਕੇ ਹੇਠਾਂ ਬਹਿ ਗਈ ਸੀ, ਅਸੀਂ ਉਜੱਡ ਕੁੜੀਆਂ ਤੁਹਾਡੇ ਨਾਲ ਨਹੀਂ ਬੈਠ ਸਕਦੀਆਂ ਬਹੂ। ਬਹੂ ਦਾ ਲਫ਼ਜ਼ ਛੀਮੋ ਦੇ ਮੂੰਹ ਵਿੱਚੋਂ ਸੁਣ ਕੇ ਨੂਰੀ ਨੇ ਛੇਤੀ ਨਾਲ ਉਹਦੇ ਮੂੰਹ 'ਤੇ ਹੱਥ ਰੱਖ ਦਿੱਤਾ ਸੀ। ਤੂੰ ਜਿੱਥੇ ਮਰਜ਼ੀ ਬੈਠ, ਪਰ ਹੋਰ ਕੁਝ ਨਾ ਕਮੀ, ਨੂਰੀ ਨੇ ਆਖਿਆ ਤੇ ਚੁੱਪ ਹੋ ਗਈ। ਇਸ ਵਾਕਿਏ ਦੇ ਬਾਅਦ ਨੂਰੀ ਸਾਰਾ ਦਿਨ ਕਿਸੇ ਸੋਚ ਵਿੱਚ ਡੁੱਬੀ ਰਹਿੰਦੀ। ਕਦੀ ਸੋਚਦੀ ਮੈਨੂੰ ਪਿੰਡ ਦੀਆਂ ਕੁੜੀਆਂ ਪਿੰਡ ਦੀ ਕੁੜੀ ਕਿਉਂ ਨਹੀਂ ਸਮਝਦੀਆਂ। ਕਦੀ ਸੋਚਦੀ ਆਖਰ ਮੇਰੇ ਵਿੱਚ ਕਿਹੜੀ ਚੀਜ਼ ਹੈ ਜਿਹੜੀ ਉਹਨਾਂ ਕੋਲੋਂ ਵੱਖਰੀ ਹੈ। ਉਹ ਸ਼ੀਸ਼ੇ ਅੱਗੇ ਖਲੋ ਜਾਂਦੀ, ਆਪਣੇ ਸਾਂਵਲੇ ਮੂੰਹ, ਸਫੈਦ ਦੰਦਾਂ ਤੇ ਸਜਰੇ ਹੋਠਾਂ ਨੂੰ ਵੇਖ ਕੇ ਹੋਰੇ ਉਹਨੂੰ ਕੀ ਹੁੰਦਾ ਕਿ ਉਹ ਇੱਕ ਠੰਡੀ ਜਿਹੀ ਸਾਹ ਭਰਦੀ ਤੇ ਉਹਨੂੰ ਇੰਜ ਲੱਗਦਾ ਜਿਵੇਂ ਪਿੰਡ ਦੇ ਕਿਸੇ ਮੁੰਡੇ ਨੇ ਉਹਨੂੰ ਹੌਲੀ ਜਿਹੀ ਬਹੂ ਕਹਿ ਦਿੱਤਾ ਹੈ। ਉਹ ਛੇਤੀ ਨਾਲ ਸ਼ੀਸ਼ੇ ਅੱਗੋਂ ਹਟ ਜਾਂਦੀ ਤੇ ਉਹਦੀਆਂ ਲੰਮੀਆਂ ਪਲਕਾਂ ਵਾਲੀਆਂ ਡੂੰਘੀਆਂ ਅੱਖਾਂ ਸ਼ਰਮ ਨਾਲ ਕਜਲਾ ਜਾਂਦੀਆਂ। ਉਹ ਤੇਜ਼ੀ ਨਾਲ ਆਪਣੇ ਆਲੇ ਦੁਆਲੇ ਵੇਖਣ ਲੱਗ ਪੈਂਦੀ ਤੇ ਕੋਲ ਕੋਈ ਵੀ ਨਾ ਹੁੰਦਾ। ਉਹ ਸ਼ੀਸ਼ੇ ਤੋਂ ਮੂੰਹ ਮੋੜ ਕੇ ਮਕਾਨ ਦੀ ਕੱਚੀ ਕੰਧ ਨਾਲ ਲੱਗ ਕੇ ਕਿੰਨਾ ਚਿਰ ਰੋਂਦੀ ਰਹਿੰਦੀ। ਨੂਰੀ ਇਸ ਤਰ੍ਹਾਂ ਹੀ ਪੜ੍ਹਾਉਂਦੀ ਰਹੀ ਤੇ ਸ਼ਰਮਾਉਂਦੀ ਰਹੀ।
ਪਰ ਹੁਣ ਉਹ ਕੁਝ ਬੇਵੱਸ ਹੁੰਦੀ ਜਾਂਦੀ ਸੀ। ਪੜ੍ਹਾ ਕੇ, ਸ਼ਰਮਾ ਕੇ ਤੇ ਰੋ ਕੇ ਉਹਦੀ ਜਾਨ ਅੱਧੀ ਹੋ ਗਈ ਸੀ। ਤੇ ਫਿਰ ਉਹਨੇ ਇੱਕ ਦਿਨ ਸੋਚਿਆ ਕਿ ਅੱਜ ਰਾਹ ਵਿੱਚ ਟੁਰੇ ਜਾਂਦਿਆਂ ਜਿਹੜਾ ਉਹਨੂੰ ਪਹਿਲਾਂ ਬਹੂ ਆਖੇਗਾ ਉਹ ਉਹਦੀ ਬਾਂਹ ਫੜ ਕੇ ਅੱਗੇ ਵਧੇਗੀ, ਇਕੱਲੀ ਨਹੀਂ ਜਾਵੇਗੀ। ਅੱਜ ਉਹਦੀ ਚਾਲ ਵੀ ਪਹਿਲੇ ਵਰਗੀ ਨਹੀਂ ਸੀ। ਉਹ ਧਰਤੀ 'ਤੇ ਇੰਜ ਪੈਰ ਰੱਖਦੀ ਸੀ ਜਿਵੇਂ ਉਹ ਕਿਸੇ ਕਬਰਸਤਾਨ ਵਿੱਚੋਂ ਲੰਘ ਰਹੀ ਹੋਵੇ। ਉਹ ਇਸ ਤਰ੍ਹਾਂ ਹੀ ਟੁਰਦੀ ਰਹੀ ਤੇ ਫਿਰ ਉਹਦੇ ਕੰਨਾਂ ਵਿੱਚ ਇੱਕ ਆਵਾਜ਼ ਆਈ, ਬਹੂ। ਨੂਰੀ ਨੂੰ ਇੰਜ ਲੱਗਾ ਜਿਵੇਂ ਕਿਸੇ ਨੇ ਕਿਸੇ ਕਬਰ ਵਿੱਚ ਉਹਨੂੰ ਬੁਲਾਇਆ ਹੋਵੇ। ਉਹਨੇ ਇਹਦੇ ਅੱਗੇ ਕੁਝ ਨਹੀਂ ਸੋਚਿਆ। ਉਹਦੇ ਹੋਠ ਕੰਬ ਰਹੇ ਸਨ। ਉਹਨੇ ਛੇਤੀ ਨਾਲ ਮੁੜ ਕੇ ਉਹਦੀ ਬਾਂਹ ਫੜ ਲਈ। ਉਹ ਨੂਰੀ ਦਾ ਨਵਾਂ ਕੁ ਵਰ੍ਹਿਆਂ ਦਾ ਭਰਾ ਸੀ ਤੇ ਇਹ ਪਹਿਲੀ ਵਾਰੀ ਸੀ ਜਦੋਂ ਉਹ ਮਕਾਨ ਦੀ ਕੱਚੀ ਕੰਧ ਨਾਲ ਲੱਗ ਕੇ ਨਹੀਂ ਸੀ ਰੋ ਰਹੀ। ਨੂਰੀ ਕਿੰਨਾ ਹੀ ਚਿਰ ਆਪਣੇ ਉਸ ਭਰਾ ਦੇ ਨਾਲ ਲੱਗ ਕੇ ਰੋਂਦੀ ਰਹੀ। ਫਿਰ ਉਹ ਉੱਠੀ, ਭਰਾ ਦੀ ਬਾਂਹ ਫੜ ਕੇ ਸਕੂਲ ਵੱਲ ਟੁਰ ਪਈ ਤੇ ਉਹਦਾ ਭਰਾ ਕੁਝ ਵੀ ਨਾ ਸਮਝ ਸਕਿਆ।